ਆਕਸੀਜਨ ਦਾ ਆਪਣੇ ਕੋਲੇ 16 ਆਉਂਦਾ ਹੈ, ਇਹ ਹਾਈਡਰੋਜਨ ਨੂੰ ਸਟੈਂਡਰਡ ਮੰਨਿਆ ਸੀ। ਫਿਰ ਕੁਛ ਫਾਲਟ ਆ ਗਿਆ, ਆਪਾਂ ਜ਼ਿਆਦਾ ਹਿਸਟਰੀ 'ਚ ਜਾਣਾ ਨਹੀਂ ਆ। ਉਸ ਤੋਂ ਬਾਅਦ ਹੁਣ ਜਿਹੜਾ 1961 ਦੇ ਵਿੱਚ, ਡੇਟ ਯਾਦ ਰੱਖਣ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ ਬਾਈ ਦੀ ਵੇ, ਬਟ ਫਿਰ ਵੀ 1961 ਦੇ ਵਿੱਚ ਉਹਨਾਂ ਨੇ ਕਾਰਬਨ 12 ਨੂੰ ਐਜ਼ ਅ ਸਟੈਂਡਰਡ ਮੰਨਿਆ ਹੋਇਆ, ਮੀਨਸ ਜਿਹੜਾ ਹੁਣ ਚੱਲ ਰਿਹਾ ਸਟੈਂਡਰਡ ਐਲੀਮੈਂਟ ਮੰਨਿਆ ਹੋਇਆ, ਐਟਮ ਮੰਨਿਆ ਹੋਇਆ। ਠੀਕ ਹੈ, ਇਹਦੇ ਕੰਪੈਰੀਜ਼ਨ 'ਚ ਹੁਣ ਆਪਾਂ ਬਾਕੀਆਂ ਦੇ ਅਟੋਮਿਕ ਮਾਸ ਫਾਈਂਡ ਕਰਦੇ ਹਾਂ। ਅਟੋਮਿਕ ਮਾਸ ਫਾਈਂਡ ਕੀ ਕਰਦੇ ਹਾਂ ਕਿ ਉਹਨਾਂ ਨੇ ਕਿਉਂ ਕਾਰਬਨ 12 ਨੂੰ ਲਿਆ, ਕਿਉਂਕਿ ਇਹਦੀ ਅਬੰਡੈਂਸ ਜ਼ਿਆਦਾ ਸੀ। ਮੋਸਟ ਅਬੰਡੈਂਸ ਹੈ ਇਹ, 99% ਆ ਕਾਰਬਨ 12 ਨੇਚਰ ਦੇ ਵਿੱਚ। ਠੀਕ ਹੈ, ਉੱਪਰੋਂ ਇਹਦੀਆਂ ਪ੍ਰੋਪਰਟੀਜ਼ ਵਧੀਆ ਨੇ, ਕਾਰਬਨ ਨੇਚਰ 'ਚ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ। ਠੀਕ ਹੈ, ਅਤੇ ਬਹੁਤ ਜ਼ਿਆਦਾ ਰਿਐਕਟਿਵ ਨਹੀਂ, ਬਹੁਤ ਘੱਟ ਰਿਐਕਟਿਵ ਨਹੀਂ, ਮੀਨਸ ਮੋਡਰੇਟ ਹੈ, ਮੋਡਰੇਟ ਰਿਐਕਸ਼ਨਸ ਹੁੰਦੀਆਂ ਇਹਦੀਆਂ। ਤਾਂ ਇਹ ਸਾਰੀਆਂ 2-4 ਪ੍ਰੋਪਰਟੀਜ਼ ਨੇ ਜਿਨ੍ਹਾਂ ਦੇ ਕਰਕੇ ਇਹਨੂੰ ਸਟੈਂਡਰਡ ਮੰਨਿਆ ਹੋਇਆ। ਅਤੇ ਹੁਣ ਰਾਈਟ ਨਾਓ ਆਪਾਂ ਕਾਰਬਨ 12 ਦੇ ਕੰਪੈਰੀਜ਼ਨ ਦੇ ਵਿੱਚ ਜਿਹੜੇ ਅਟੋਮਿਕ ਮਾਸ ਆ ਉਹ ਫਾਈਂਡ ਕਰਦੇ ਹਾਂ। ਠੀਕ ਹੈ, ਅਟੋਮਿਕ ਮਾਸ ਦੀ ਡੈਫੀਨੇਸ਼ਨ ਜੇ ਤੁਸੀਂ ਲੈਣੀ ਹੋਵੇ ਤਾਂ ਉਹ ਕੀ ਹੈ ਤੁਹਾਡੇ ਕੋਲੇ? ਅਟੋਮਿਕ ਮਾਸ ਸਿੰਪਲੀ ਜੇ ਆਪਾਂ ਲੇਮੈਨ 'ਚ ਕਹਿਣਾ ਹੋਵੇ, ਮਾਸ ਆਫ ਐਨ ਐਟਮ ਆਫ ਐਲੀਮੈਂਟ ਹੈ ਇਹ। ਠੀਕ ਹੈ, ਕਿ ਇੱਕ ਐਟਮ ਦਾ ਮਾਸ, ਠੀਕ ਹੈ, ਸਿਰਫ ਐਨ ਐਟਮ ਹੈ, ਮੀਨਸ ਇੱਕ ਐਟਮ ਦੇ ਮਾਸ ਨੂੰ ਆਪਾਂ ਕੀ ਕਹਾਂਗੇ? ਅਟੋਮਿਕ ਮਾਸ। ਜਾਂ ਜੇ ਇਹ ਹੋਰ ਕੀ ਕਹਿਣਾ ਹੋਵੇ ਕਾਰਬਨ 12 ਦੀ ਉਹਦੇ ਵਿੱਚ ਲੈਂਗੁਏਜ ਦੇ ਵਿੱਚ ਜਾਂ ਉਹਦੇ ਰੈਫਰੈਂਸ ਦੇ ਵਿੱਚ ਕਹਿਣਾ ਤਾਂ ਆਪਾਂ ਕੀ ਕਹਾਂਗੇ? ਹਾਊ ਮੈਨੀ ਟਾਈਮਸ ਐਨ ਐਟਮ ਆਫ ਐਲੀਮੈਂਟ ਇਜ਼ ਹੈਵੀਅਰ ਦੈਨ 1/12 ਆਫ ਮਾਸ ਆਫ ਕਾਰਬਨ ਐਟਮ। ਕਿਹੜੇ ਕਾਰਬਨ ਦਾ ਲੈਣਾ, ਕਿਹੜਾ ਆਈਸੋਟੋਪ ਲੈਣਾ? C12। ਕਿ ਕੋਈ ਐਟਮ C12 ਦੇ ਮਾਸ ਨਾਲੋਂ ਕਿੰਨਾ ਜ਼ਿਆਦਾ ਹੈਵੀ ਹੈ, ਉਹਦੇ 1/12 ਨਾਲੋਂ। ਠੀਕ ਹੈ, ਇਹ ਹੁਣ ਕਿਵੇਂ ਆਇਆ ਇਹ ਦੇਖਦੇ ਹਾਂ ਆਪਾਂ। ਉਹਨਾਂ ਨੇ ਸਭ ਤੋਂ ਪਹਿਲਾਂ ਇਹ ਕੈਲਕੂਲੇਸ਼ਨਸ ਕਰਨ ਵਾਸਤੇ ਹੁਣ ਆਪਣੇ ਕੋਲੇ ਕੀ ਹੈ ਕਿ ਉਹਨਾਂ ਨੇ ਇਹ ਚੀਜ਼ ਸਪੋਜ਼ ਕੀਤੀ, ਔਰ ਇਹ ਇੰਪੋਰਟੈਂਟ ਹੈ ਜਿਹੜੀ ਤੁਸੀਂ ਯਾਦ ਰੱਖਣੀ ਆ ਕੈਲਕੂਲੇਸ਼ਨਸ ਵਾਸਤੇ, ਕਿ ਸਪੋਜ਼ ਕੀਤਾ ਕਿ ਕਾਰਬਨ 12 ਦੇ ਜਿਹੜੇ ਮਾਸ ਹੈ, ਐਟਮ ਦਾ ਮਾਸ ਹੈ ਕਾਰਬਨ 12 ਦੇ, ਉਹਨੂੰ ਕੀ ਲਿਖਿਆ ਉਹਨਾਂ ਨੇ? 12 AMU। AMU ਮੀਨਸ ਅਟੋਮਿਕ ਮਾਸ ਯੂਨਿਟ। ਅਟੋਮਿਕ ਮਾਸ ਯੂਨਿਟ, ਐਟੋਮਿਕ ਮਾਸ ਨੂੰ ਯੂਨਿਟ ਐਕਸਪ੍ਰੈਸ ਕਰਨੇ, ਜਿਵੇਂ ਗ੍ਰਾਮ, ਕਿਲੋਗ੍ਰਾਮ ਹੁੰਦੇ ਆ, ਤਾਂ ਅਟੋਮਿਕ ਮਾਸ ਨੂੰ ਅਟੋਮਿਕ ਮਾਸ ਯੂਨਿਟ 'ਚ ਵੀ ਐਕਸਪ੍ਰੈਸ ਕਰਦੇ ਹਾਂ ਅਤੇ ਯੂ 'ਚ ਵੀ ਕਰਦੇ ਹਾਂ। ਅੱਜ ਕੱਲ੍ਹ ਆਪਾਂ ਯੂਨੀਫਾਈਡ ਮਾਸ, ਇਹ ਯੂਨਿਟ 2 ਚੱਲਦੇ ਆ। ਠੀਕ ਹੈ, ਤਾਂ ਮਾਸ ਆਫ ਕਾਰਬਨ 12 ਐਟਮ, ਇੱਕ ਐਟਮ ਦਾ ਮਾਸ ਕਿੰਨਾ ਹੋ ਗਿਆ ਆਪਣੇ ਕੋਲੇ? 12 AMU। 12 AMU ਹੋਣ 'ਤੇ ਆਪਾਂ ਹੁਣ ਇੱਥੇ 1 AMU ਕੱਢਣਾ, ਕਿਉਂਕਿ ਆਪਾਂ ਉਹਦੇ 'ਚ ਐਕਸਪ੍ਰੈਸ ਕਰਨਾ ਤਾਂ ਆਪਾਂ ਨੂੰ 1 AMU ਪਤਾ ਹੋਣਾ ਚਾਹੀਦਾ ਕਿੰਨਾ। ਜੇ ਤੁਸੀਂ 1 AMU ਫਾਈਂਡ ਕਰੋਗੇ ਤਾਂ ਮਾਸ ਆਫ ਕਾਰਬਨ 12 ਐਟਮ, ਇੱਕ ਐਟਮ ਦਾ, ਸਿਰਫ 1 ਐਟਮ ਦਾ, ਡਿਵਾਈਡਡ ਬਾਈ ਕਿੰਨਾ ਆ ਗਿਆ? 12। ਜਾਂ ਇਹਨੂੰ ਸੌਖਾ ਕਰਕੇ ਲਿਖਣਾ ਹੋਵੇ ਤਾਂ 1/12 ਇੱਥੇ ਆ ਗਿਆ ਮਾਸ ਆਫ ਐਨ ਐਟਮ। ਅਤੇ 1 AMU ਦੀ ਡੈਫੀਨੇਸ਼ਨ ਹੈ ਜਿਹੜੀ ਇੰਪੋਰਟੈਂਟ ਹੈ, ਕਿ 1 AMU ਕਿਹਦੇ ਇਕੁਅਲ ਹੈ? 1/12 ਆਫ ਮਾਸ ਆਫ ਐਨ ਐਟਮ ਆਫ C12। ਕਿ ਕਾਰਬਨ 12 ਦੇ ਇੱਕ ਮਾਸ ਦਾ 12ਵਾਂ ਹਿੱਸਾ ਕੀ ਹੁੰਦਾ? 1 AMU ਹੁੰਦਾ। ਠੀਕ ਹੈ, ਅਤੇ ਜਿਹੜੇ ਇਹ ਮਾਸ ਆਫ ਐਟਮ ਹੋਣਗੇ ਇਹ ਤੁਹਾਡੇ ਕੋਲ ਐਕਸਪੈਰੀਮੈਂਟਲੀ ਦਿੱਤੇ ਹੋਣਗੇ, ਤੁਸੀਂ ਸਿਰਫ ਉਹਨਾਂ ਦਾ ਅਟੋਮਿਕ ਮਾਸ ਫਾਈਂਡ ਕਰਨਾ ਹੈ, ਇਹ ਐਕਸਪੈਰੀਮੈਂਟਲੀ ਮੈਜ਼ਰਡ ਹੋਣਗੇ। ਠੀਕ ਹੈ, ਅਤੇ 1 AMU ਨੂੰ ਜਦੋਂ ਕੈਲਕੂਲੇਟ ਕੀਤਾ ਕਿ ਮਾਸ ਆਫ ਐਟਮ ਲਿਆ ਕਾਰਬਨ ਦਾ, ਠੀਕ ਹੈ, ਉਹ ਲਿਆ, ਉਹ ਕੈਲਕੂਲੇਸ਼ਨ ਤੁਹਾਡੇ ਸਿਲੇਬਸ 'ਚ ਨਹੀਂ ਹੈਗੀਆਂ, ਤਾਂ ਇੱਥੋਂ 1 AMU ਦੀ ਵੈਲਿਊ ਕਿੰਨੀ ਆਈ? 1.66 × 10⁻24 ਗ੍ਰਾਮ। ਸਮਝ ਲੱਗ ਗਈ? ਔਰ ਇਹ ਵੀ ਇੰਪੋਰਟੈਂਟ ਹੈ, ਯਾਦ ਰੱਖਣੀ ਹੈ। ਕੀ ਯਾਦ ਰੱਖਣਾ ਹੈ? 12 AMU ਕਿਹਦੇ ਇਕੁਅਲ ਹੈ? ਕਾਰਬਨ ਦੇ ਇੱਕ ਐਟਮ ਦੇ ਮਾਸ ਦੇ ਇਕੁਅਲ, ਐਟਮ ਦੇ ਮਾਸ ਦੇ ਇਕੁਅਲ ਹੈ। ਇੱਕ ਐਟਮ ਦਾ ਕਿੰਨਾ ਮਾਸ? ਉਹ 12 AMU ਆ। 1 AMU ਕੀ ਆ ਗਿਆ? 12ਵਾਂ ਹਿੱਸਾ ਆ ਗਿਆ ਉਹਦੇ ਐਟਮ ਦੇ ਮਾਸ ਦਾ। ਜਾਂ ਨੂਮੈਰੀਕਲੀ ਦੇਖਣਾ ਤਾਂ 1.66 × 10⁻24। ਠੀਕ ਹੈ, ਨੈਕਸਟ ਆ ਗਿਆ ਹੁਣ ਆਪਣੇ ਕੋਲੇ ਅਟੋਮਿਕ ਮਾਸ ਦੀ ਡੈਫੀਨੇਸ਼ਨ ਆਪਾਂ ਡਿਸਕਸ ਕਰ ਹੀ ਚੁੱਕੇ ਹਾਂ। ਠੀਕ ਹੈ,
ਤਾਂ ਇਹ ਤੁਹਾਡੇ ਕੋਲ ਆ ਗਿਆ ਅਟੋਮਿਕ ਮਾਸ। ਹੁਣ ਤੁਸੀਂ ਅਟੋਮਿਕ ਮਾਸ ਜੇ ਫਾਈਂਡ ਕਰਨਾ ਹੈ ਤਾਂ ਉਹਦਾ ਫਾਰਮੂਲਾ ਕੀ ਬਣ ਕੇ ਆਊਗਾ ਤੁਹਾਡੇ ਕੋਲੇ, ਅਟੋਮਿਕ ਮਾਸ ਇਕੁਅਲ ਟੂ ਮਾਸ ਆਫ ਐਨ ਐਟਮ। ਇਹ ਤੁਹਾਡੇ ਕੋਲੇ ਐਕਸਪੈਰੀਮੈਂਟਲੀ ਦਿੱਤਾ ਹੋਊਗਾ ਕਿ ਜਿਹੜੇ ਐਟਮ ਦਾ ਤੁਸੀਂ ਐਟੋਮਿਕ ਮਾਸ ਫਾਈਂਡ ਕਰਨਾ ਉਹਦਾ ਮਾਸ ਕਿੰਨਾ ਹੈ ਡਿਵਾਈਡਡ ਬਾਈ 1 AMU। ਤੇ 1 AMU ਜਾਂ ਕਹਿ ਲਓ 1/12 ਆਫ ਮਾਸ ਆਫ ਕਾਰਬਨ 12 ਐਟਮ, ਇੱਕ ਐਟਮ ਦਾ, ਤੇ ਮਾਸ ਆਫ ਐਨ ਐਟਮ। ਠੀਕ ਹੈ, ਇਹ ਐਕਸਪੈਰੀਮੈਂਟਲੀ ਦਿੱਤਾ ਹੋਊਗਾ, ਗਿਵਨ ਹੋਊਗਾ ਕੁਐਸਚਨ ਦੇ ਵਿੱਚ। ਤੁਸੀਂ ਜਦੋਂ ਉਹਨੂੰ 1 AMU ਕਿੰਨਾ 1.66 × 10⁻24 ਗ੍ਰਾਮ ਇਹਦੇ ਨਾਲ ਡਿਵਾਈਡ ਕਰੋਗੇ ਤਾਂ ਤੁਹਾਡੇ ਕੋਲ ਕੀ ਆ ਜਾਊਗਾ, ਅਟੋਮਿਕ ਮਾਸ ਆ ਜਾਊਗਾ। ਠੀਕ ਹੈ, ਉਹ ਕੀ ਆ ਜਾਏਗਾ ਤੁਹਾਡੇ ਕੋਲ ਅਟੋਮਿਕ ਮਾਸ, ਤੇ ਕਿਹਦੀ ਟਰਮਸ 'ਚ ਆਊਗਾ ਉਹ AMU ਦੀ ਟਰਮਸ ਦੇ ਵਿੱਚ। ਠੀਕ ਹੈ, ਤੇ ਆਹ ਮਾਸ ਆਫ ਐਨ ਐਟਮ ਕਿਹਦੇ 'ਚ ਹੋਊਗਾ, ਗ੍ਰਾਮ ਦੇ ਵਿੱਚ ਹੋਊਗਾ। ਐਮ ਆਈ ਕਲੀਅਰ। ਤੇ ਇਹ ਤੁਹਾਡੇ ਕੋਲੇ ਹੈਗਾ ਸੀ ਟੌਪਿਕ ਅਟੋਮਿਕ ਮਾਸ।